ਅੱਜ ਦੇ ਸੈਮੀਨਾਰ ਵਿੱਚ ਇਕੱਤਰ ਹੋਏ ਜਿਤਨੇ ਵੀ ਗੁਰੂ ਵਰਸਾਈਆਂ ਜਥੇਬੰਦੀਆਂ ਅਤੇ ਹੋਰ ਗੁਰਸਿੱਖ ਗੁਰੂ ਕੀ ਪਿਆਰੀ ਸਾਧ ਸੰਗਤ ਅਤੇ ਪੰਥਕ ਚਿੰਤਕ ਅਤੇ ਹੋਰ ਵਿਦਵਾਨ ਸਾਹਿਬਾਨ ਇੱਥੇ ਪਹੁੰਚੇ ਨੇ, ਉਹਨਾਂ ਸਾਰਿਆਂ ਨੂੰ ਜੀ ਆਇਆਂ ਨੂੰ। ਅੱਜ ਦਾ ਜੋ ਸੈਮੀਨਾਰ ਦਾ ਵਿਸ਼ਾ ਹੈ ਉਹ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਬਦ ਮੂਰਤ ਸ਼੍ਰੀ ਦਸਮ ਗ੍ਰੰਥ। ਇਸ ਦੀ ਬਾਣੀ ਉੱਪਰ ਮਾਣਯੋਗ ਵਿਦਵਾਨ ਸਾਹਿਬਾਨਾਂ ਨੇ ਉਸ ਦੇ ਵੱਖ-ਵੱਖ ਵਿਸ਼ਿਆਂ ਉੱਪਰ ਬਹੁਤ ਹੀ ਮਿਹਨਤ ਕਰਕੇ ਆਪਣੇ ਜਿਹੜੇ ਵਿਚਾਰ ਨੇ ਉਹ ਕੁੰਜੀਵਤ ਕਰਕੇ ਆਂਦੇ ਹਨ। ਆਪ ਜੀ ਦੇ ਨਾਲ ਉਹਨਾਂ ਨੇ ਸਾਂਝੇ ਕਰਨੇ ਹਨ, ਕਿਉਂਕਿ ਆਪ ਸਮੂਹ ਸੰਗਤਾਂ ਭਲੀ ਭਾਂਤ ਜਾਣੂ ਹੋ ਕਿ ਬੜੇ ਲੰਮੇ ਸਮੇਂ ਤੋਂ ਕੁਝ ਪੰਥ ਦੋਖੀ ਤਾਕਤਾਂ ਸਿੱਖ ਪਰੰਪਰਾਵਾਂ ਨੂੰ, ਸਿੱਖੀ ਵਿਸ਼ਵਾਸਾਂ ਨੂੰ, ਸਿੱਖ ਸਿਧਾਂਤਾਂ ਨੂੰ ਅਤੇ ਗੁਰੂ ਕੀ ਬਾਣੀ ਅਤੇ ਇਤਿਹਾਸ ਪ੍ਰਤੀ ਬੜੇ ਵਿਉਂਤਬੰਦ ਢੰਗ ਦੇ ਨਾਲ ਕਿੰਤੂ ਪਰੰਤੂ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ। ਮੈਂ ਬੇਨਤੀ ਕਰਾਂਗਾ ਸਭ ਤੋਂ ਪਹਿਲਾਂ ਮਾਨਯੋਗ ਡਾਕਟਰ ਹਰਭਜਨ ਸਿੰਘ ਜੀ ਦੇਹਰਾਦੂਨ ਵਾਲਿਆਂ ਨੂੰ ਕਿ ਉਹ ਆਪ ਜੀ ਦੇ ਨਾਲ ਸੰਖੇਪ ਰੂਪ ਦੇ ਵਿੱਚ ਵਿਚਾਰ ਸਾਂਝੇ ਕਰਨ। ਜਿਹੜਾ ਕਰਤ੍ਰਿਤਵ ਹੈ ਉਸ ਨੂੰ ਕੇਵਲ ਚੁਣੌਤੀ ਨਹੀਂ ਦਿੱਤੀ ਜਾ ਰਹੀ, ਬਲਕਿ ਬਹੁਤ ਹੀ ਭੱਦੇ ਸ਼ਬਦ ਇਸ ਗ੍ਰੰਥ ਅਤੇ ਇਹਦੀ ਬਾਣੀ ਵਾਸਤੇ ਵਰਤੇ ਜਾ ਰਹੇ ਹਨ। ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਕਿ ਦਸਮ ਗ੍ਰੰਥ ਸ਼ੁਰੂ ਤੋਂ ਹੀ ਇੱਕ ਵਿਵਾਦ ਦਾ ਕਾਰਨ ਬਣਿਆ ਰਿਹਾ ਹੈ। ਮੈਂ ਇਹ ਸਮਝਦਾ ਹਾਂ ਕਿ ਇਹ ਗੱਲ ਬਿਲਕੁਲ ਬੇਬੁਨਿਆਦ ਹੈ ਕਿ ਆਪਣੀ ਸੰਪਾਦਨਾ ਤੋਂ ਹੀ ਦਸਮ ਗ੍ਰੰਥ ਕੋਈ ਵਿਵਾਦ ਦਾ ਕਾਰਨ ਰਿਹਾ ਹੈ। ਭਾਈ ਮਨੀ ਸਿੰਘ ਦਾ ਕੰਮ ਜੋ ਵਿਵਾਦ ਵਿੱਚ ਆਇਆ ਸੀ ਉਹ ਇਹ ਸੀ ਕਿ ਉਹਨਾਂ ਨੇ ਇੱਕ ਤਾਂ ਦੋਹਾਂ ਗ੍ਰੰਥਾਂ ਦੀ ਬਾਣੀ ਇਕੱਠੀ ਕਰ ਦਿੱਤੀ, ਦੂਜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕ੍ਰਮ ਵਿਗਾੜ ਦਿੱਤਾ। ਗੁਰੂ ਨਾਨਕ ਦੇਵ ਜੀ ਦੀ ਬਾਣੀ ਇਕੱਠੀ ਕਰ ਦਿੱਤੀ, ਗੁਰੂ ਅੰਗਦ ਦੇਵ ਜੀ ਦੀ, ਗੁਰੂ ਅਮਰਦਾਸ ਜੀ ਦੀ, ਬਾਅਦ ਵਿੱਚ ਭਗਤਾਂ ਦੀ ਬਾਣੀ ਇਕੱਠੀ ਕਰ ਦਿੱਤੀ। ਸਿੱਖਾਂ ਨੂੰ ਉਸ ਵੇਲੇ ਜਿਹੜੀ ਸਭ ਤੋਂ ਵੱਧ ਚੁੱਭਣ ਵਾਲੀ ਗੱਲ ਸੀ ਸਿੱਖਾਂ ਵਾਸਤੇ ਉਹ ਇਹ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਉਹਨਾਂ ਨੇ ਕ੍ਰਮ ਜੋ ਗੁਰੂ ਮਹਾਰਾਜ ਨੇ ਨਿਰਧਾਰਿਤ ਕੀਤਾ ਹੈ ਉਸ ਦਾ ਉਲੰਘਣ ਕਰਕੇ ਉਹਨਾਂ ਨੇ ਕ੍ਰਮ ਜੋ ਨਿਯਤ ਕੀਤਾ, ਇਸ ਨੂੰ ਸਿੱਖਾਂ ਨੇ, ਉਸ ਸਮੇਂ ਦੇ ਸਿੱਖਾਂ ਨੇ ਬਰਦਾਸ਼ਤ ਨਹੀਂ ਕੀਤਾ ਤੇ ਇਹ ਮੰਨ ਲਿਆ ਕਿ ਇਹ ਗੁਰੂ ਮਹਾਰਾਜ ਜੀ ਦੇ ਜਿਹੜੇ ਅੰਗ ਹਨ ਉਹ ਇੱਕ ਤਰੀਕੇ ਨਾਲ ਭਾਈ ਮਨੀ ਸਿੰਘ ਜੀ ਨੇ ਭੰਗ ਕੀਤੇ ਹਨ। ਦਸਮ ਗ੍ਰੰਥ ਦੇ ਸੰਬੰਧ ਵਿੱਚ ਸ਼ੁਰੂ ਵਿੱਚ ਜੇ ਕੋਈ ਵਿਵਾਦ ਸੀ ਤਾਂ ਉਹ ਸਿਰਫ ਇਤਨਾ ਸੀ ਕਿ ਦੋ ਗ੍ਰੰਥ ਵੱਖ-ਵੱਖ ਰੱਖੇ ਜਾਣ ਜਾਂ ਇਕੱਤਰ ਕਰ ਦਿੱਤੇ ਜਾਣ। ਦੋ ਗ੍ਰੰਥ ਕਿਹੜੇ? ਦਸਮ ਗ੍ਰੰਥ ਦੇ ਦੋ ਗ੍ਰੰਥ ਬਚਿੱਤਰ ਨਾਟਕ ਤੇ ਚਰਿਤ੍ਰੋਪਾਖਿਆਨ, ਇਹ ਦੋ ਵੱਡੇ ਗ੍ਰੰਥ ਸਨ। ਇਹ ਕਿਉਂਕਿ ਵੱਖ-ਵੱਖ ਸਨ ਤਾਂ ਇਹਨਾਂ ਨੂੰ ਇਕੱਠਾ ਕੀਤਾ ਜਾਵੇ ਜਾਂ ਨਾ ਕੀਤਾ ਜਾਵੇ ਇਹਦੇ ਬਾਰੇ ਦੋ ਰਾਏ ਦੋ ਧੜਿਆਂ ਦੀਆਂ ਹੋ ਸਕਦੀਆਂ ਹਨ। ਇਸ ਦੀ ਅਥੈਂਟਿਸਿਟੀ ਨੂੰ ਕਿਸੇ ਨੇ ਚੈਲੰਜ ਕੀਤਾ ਹੋਵੇ, ਇਸ ਦੀ ਬਾਣੀ ਉੱਤੇ ਕੋਈ ਕਿੰਤੂ ਪਰੰਤੂ ਕੀਤੇ ਹੋਣ, ਇਹ ਮੈਂ ਸਮਝਦਾ ਕਿ ਜਿਹੜੇ ਪੁਰਾਣੇ ਸਿੱਖ ਸਾਹਿਤ ਹੈ ਉਹਦੇ ਵਿੱਚੋਂ ਕਿਤੇ ਇਸ ਗੱਲ ਦੀ ਪੁਸ਼ਟੀ ਨਹੀਂ ਹੁੰਦੀ ਹੈ। ਥੋੜ੍ਹਾ ਜਿਹਾ ਸਾਨੂੰ ਆਪਣਾ ਮਨ ਜਿਹੜਾ ਹੈ ਉਸ ਨੂੰ ਕੰਸੈਂਟਰੇਟ ਕਰਕੇ, ਇਕਾਗਰ ਕਰਕੇ ਇਹ ਸਮਝਣ ਦਾ ਯਤਨ ਕਰਨਾ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਦਸਮ ਗ੍ਰੰਥ ਦੀ ਬਾਣੀ ਦੀ ਸਾਂਝ ਕੀ ਹੈ, ਵਖਰੇਵਾਂ ਕੀ ਹੈ, ਦੋਵੇਂ ਗੱਲਾਂ। ਮੈਂ ਇਹ ਬੇਨਤੀ ਕਰਾਂਗਾ
ਕਿ ਪਰਮੇਸ਼ਰ ਦਾ ਜਿਹੜਾ ਅਸੀਂ ਨਾਮ ਕਹਿੰਦੇ ਹਾਂ, ਨਾਮ ਜਪਣਾ ਹੈ, ਨਾਮ ਨੂੰ ਅਸੀਂ ਸਿੱਖ ਤਾਂ ਜੀਵਨ ਦਾ ਆਧਾਰ ਮੰਨਦੇ ਹਨ, ਤੇ ਸਿੱਖ ਸਾਧਨਾ ਜਿਹੜੀ ਹੈ ਉਹ ਸਾਰੀ ਦੀ ਸਾਰੀ ਨਾਮ ਉੱਤੇ ਕੇਂਦਰਿਤ ਹੈ। ਇਹ ਜਿਹੜਾ ਨਾਮ ਹੈ ਪਰਮੇਸ਼ਰ ਦਾ, ਇਹ ਸਾਡੇ ਸੰਪਰਕ ਵਿੱਚ ਜਦੋਂ ਗੁਰੂ ਲਿਆਉਂਦਾ ਹੈ, ਗੁਰੂ ਮਹਾਰਾਜ ਲਿਆਉਂਦੇ ਹਨ, ਤਾਂ ਉਹ ਦੋ ਤਰੀਕਿਆਂ ਨਾਲ ਪਰਮੇਸ਼ਰ ਦੀ ਪਹਿਚਾਣ ਸਥਾਪਿਤ ਕੀਤੀ ਜਾਂਦੀ ਹੈ। ਇੱਕ ਤਾਂ ਪਰਮੇਸ਼ਰ ਜੀ ਦੇ ਜਿਹੜੇ ਡਿਵਾਈਨ ਗੁਣ ਹਨ, ਦੈਵੀ ਗੁਣ ਹਨ, ਉਹ ਕੁਦਰਤ ਵਿੱਚ ਵਿਦਮਾਨ ਹਨ। ਉਹਨਾਂ ਗੁਣਾਂ ਦੇ ਆਧਾਰ ਤੇ ਪਰਮੇਸ਼ਰ ਨੂੰ ਨਾਮ ਦਿੱਤਾ ਜਾਂਦਾ ਹੈ। ਜੇ ਉਹ ਪਾਲਣਹਾਰ ਹੈ ਤਾਂ ਉਸ ਨੂੰ ਗੋਪਾਲ ਕਹਿ ਦਿੱਤਾ, ਉਹਨੂੰ ਸਿਰਜਣਹਾਰਾ ਕਹਿ ਦਿੱਤਾ, ਉਸ ਨੂੰ ਰਹੀਮ ਕਹਿ ਦਿੱਤਾ, ਕਿਰਪਾ ਕਰਦਾ ਹੈ ਕਿਰਪਾਲੂ ਕਹਿ ਦਿੱਤਾ। ਗੁਣਾਂ ਦੇ ਆਧਾਰ ਉੱਤੇ ਇੱਕ ਤਾਂ ਪਰਮੇਸ਼ਰ ਨੂੰ ਨਾਮ ਦਿੱਤਾ ਜਾਂਦਾ ਹੈ, ਤੇ ਉਹ ਨਾਮ ਅਸੀਂ ਗਾ ਗਾ ਕੇ ਉਸ ਪਰਮੇਸ਼ਰ ਦੀ ਨੇੜਤਾ ਉਹਦੇ ਗੁਣਾਂ ਰਾਹੀਂ ਪ੍ਰਾਪਤ ਕਰਦੇ ਹਾਂ। ਦੂਜੇ ਜਿਹੜੇ ਨਾਮ ਹੁੰਦੇ ਨੇ, ਕੁਦਰਤ ਵਿੱਚ ਦੈਵੀ ਕੌਤਕ ਵਰਤਦੇ ਰਹਿੰਦੇ ਹਨ, ਪਰਮੇਸ਼ਰ ਜੀ ਕੌਤਕ ਕਰਦੇ ਹਨ। ਦਸਮਗ੍ਰੰਥ ਦੀ ਜਿਹੜੀ ਬਾਣੀ ਹੈ, ਇਸ ਨੂੰ ਕੌਤਕਾਂ ਦਾ ਗ੍ਰੰਥ ਕਿਹਾ ਜਾਂਦਾ ਸੀ। ਬਚਿੱਤਰ ਨਾਟਕ ਕੌਤਕ ਗ੍ਰੰਥ ਕਰਕੇ ਪ੍ਰਸਿੱਧ ਰਿਹਾ ਹੈ। ਕੌਤਕ ਕਿਵੇਂ ਹੁੰਦਾ ਹੈ? ਜਦੋਂ ਪਾਰਬ੍ਰਹਮ ਪਰਮੇਸ਼ਰ ਆਪਣੀ ਸ਼ਕਤੀ ਰਾਹੀਂ ਜਾਂ ਕਿਸੇ ਪੁਰਖ ਰਾਹੀਂ ਅਜਿਹਾ ਕਰਮ ਕਰੇ ਜੋ ਧਰਤੀ ਤੇ ਆਮ ਆਦਮੀ ਵਾਸਤੇ ਕਰਨਾ ਅਸੰਭਵ ਹੋਵੇ, ਤਾਂ ਉਸ ਨੂੰ ਅਸੀਂ ਕੌਤਕ ਕਵਾਂਗੇ। ਪਰਮੇਸ਼ਰ ਦਾ ਡਿਵਾਈਨ ਐਕਸ਼ਨ, ਦੈਵੀ ਕੌਤਕ। ਦੈਵੀ ਕੌਤਕਾਂ ਦੇ ਆਧਾਰ ਉੱਤੇ ਵੀ ਪਰਮੇਸ਼ਰ ਦਾ ਨਾਮ ਰੱਖਿਆ ਜਾਂਦਾ ਹੈ। ਜਿਸ ਤਰ੍ਹਾਂ ਸ਼੍ਰੀ ਕ੍ਰਿਸ਼ਨ ਰਾਹੀਂ ਪਰਮੇਸ਼ਰ ਨੇ, ਹਿੰਦੂ ਵਿੱਚ ਇਹ ਅਗਰ ਕੋਈ ਹਿੰਦੂ ਭਰਾ ਐਕਸਪਲੇਨ ਕਰੇਗਾ ਤੇ ਮੈਂ ਐਕਸਪਲੇਨ ਕਰਾਂਗਾ, ਤੇ ਦੋਵਾਂ ਦੇ ਵਿੱਚ ਇੱਕ ਅੰਤਰ ਹੈ। ਹਿੰਦੂ ਵੀਰ ਕਹੇਗਾ ਕਿ ਮਰਨ ਨੂੰ ਮਾਰਨ ਵਾਲਾ ਸ਼੍ਰੀ ਕ੍ਰਿਸ਼ਨ ਹੈ। ਸਿੱਖ ਇਸ ਗੱਲ ਤੋਂ ਡਿਨਾਈ ਨਹੀਂ ਕਰਦਾ ਕਿ ਸ਼੍ਰੀ ਕ੍ਰਿਸ਼ਨ ਨੇ ਮਰਨ ਨੂੰ ਨਹੀਂ ਮਾਰਿਆ, ਪਰੰਤੂ ਸਿੱਖ ਦਾ ਵਿਚਾਰ ਇਹ ਹੈ ਕਿ ਸ਼੍ਰੀ ਕ੍ਰਿਸ਼ਨ ਰਾਹੀਂ ਮੁਰਦਾ ਵੈਰੀ ਪਰਮੇਸ਼ਰ ਅਕਾਲ ਪੁਰਖ ਹੈ, ਰਾਖਸ਼ੀ ਬ੍ਰਿਤੀਆਂ ਨੂੰ ਮਾਰਨ ਵਾਲਾ ਪਰਮੇਸ਼ਰ ਹੈ। ਜਦੋਂ ਅਸੀਂ ਉਸ ਨੂੰ ਮੁਰਾਰੀ ਕਹਿੰਦੇ ਹਾਂ ਬਾਣੀ 'ਚ, ਤਾਂ ਉਹ ਅਸੁਰੀ ਬਿਰਤੀਆਂ ਦਾ ਵਿਨਾਸ਼ਕ ਹੈ। ਉਹਦੇ ਪਿੱਛੇ ਇੱਕ ਇਤਿਹਾਸਕ ਗਾਥਾ ਹੈ ਕਿ ਇਸ ਤਰੀਕੇ ਨਾਲ ਉਸਨੇ ਅਸੁਰਾਂ ਦਾ ਸੰਹਾਰ ਕੀਤਾ ਹੈ, ਰਾਖਸ਼ ਬਿਰਤੀ ਨੂੰ ਇਸ ਤਰੀਕੇ ਨਾਲ ਨਸ਼ਟ ਕੀਤਾ ਹੈ। ਇਹ ਜਿਹੜੇ ਡਿਵਾਈਨ ਐਕਸ਼ਨ ਹੁੰਦੇ ਨੇ, ਦੈਵੀ ਕੌਤਕ ਹੁੰਦੇ ਨੇ, ਇਹਨਾਂ ਦੇ ਆਧਾਰ ਤੇ ਜਿਹੜਾ ਨਾਮ ਪੈਂਦਾ ਹੈ ਉਹ ਕਰਮ ਨਾਮ ਕਰਕੇ ਜਾਣਿਆ ਜਾਂਦਾ ਹੈ। ਜਿਹੜਾ ਪਹਿਲਾ ਨਾਮ ਸੀ ਗੁਣ ਆਧਾਰਿਤ ਨਾਮ, ਉਹ ਕੀਰਤਮ ਨਾਮ ਹੈ। ਕੀਰਤਮ ਸ਼ਬਦ ਕ੍ਰਿਤਰਮ ਤੋਂ ਬਣਿਆ, ਸੰਸਕ੍ਰਿਤ ਦਾ ਸ਼ਬਦ ਹੈ ਕ੍ਰਿਤਰਮ। ਜੇ ਅਸੀਂ ਥੋੜਾ ਜਿਹਾ ਇਹਨੂੰ ਡੂੰਘਾਈ ਨਾਲ ਨਹੀਂ ਸੋਚਾਂਗੇ ਤੇ ਲੱਗੇਗਾ ਕਿ ਰੱਬ ਦਾ ਨਾਮ ਬਨਾਵਟੀ ਨਾਮ ਹੈ। ਹਾਂ, ਨਾਮ ਬਨਾਵਟੀ ਹੈ। ਨਾਮ ਬਨਾਵਟੀ ਕਿਉਂ ਹੈ? ਕਿਉਂਕਿ ਨਾਮ ਕਿਸੇ ਭਾਸ਼ਾ ਰਾਹੀਂ ਦਿੱਤਾ ਗਿਆ ਹੈ। ਪਰਮੇਸ਼ਰ ਦਾ ਕੋਈ ਗੁਣ ਦੇਖਿਆ, ਉਸ ਦਾ ਨਾਮਕਰਨ ਕਰ ਦਿੱਤਾ। ਉਹਦਾ ਗੁਣ ਉਹ ਹੀ ਰਹੇਗਾ, ਪਰੰਤੂ ਦੂਜੀ ਭਾਸ਼ਾ ਵਿੱਚ ਨਾਮ ਬਦਲ ਜਾਏਗਾ। ਗੁਣ ਨਹੀਂ ਬਦਲੇਗਾ, ਨਾਮ ਬਦਲ ਜਾਏਗਾ। ਤੋ ਇਸ ਕਰਕੇ ਜਿਹੜਾ ਗੁਣ ਆਧਾਰਿਤ ਨਾਮ ਹੈ ਉਸ ਨੂੰ ਕ੍ਰਿਤਰਮ ਨਾਮ, ਕੀਰਤਮ ਨਾਮ ਬਾਣੀ ਵਿੱਚ ਕਹਿ ਦਿੱਤਾ। ਕੀਰਤਮ ਨਾਮ ਦਾ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਮੂਲ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਕੀਰਤਮ ਨਾਮ ਦਾ ਗ੍ਰੰਥ ਹੈ, ਪਰੰਤੂ ਇਹ ਨਹੀਂ ਕਿ ਇਸ ਵਿੱਚ ਕਰਮ ਨਾਮ ਆ ਨਹੀਂ ਸਕਦਾ, ਜਾਂ ਕੀਰਤਮ ਨਾਮ ਦਸਮ ਗ੍ਰੰਥ ਵਿੱਚ ਨਹੀਂ ਆ ਸਕਦਾ। ਦੋਹਾਂ ਦੇ ਅੰਦਰ ਸਾਂਝ ਹੈ, ਇੱਕੋ ਪਰਮੇਸ਼ਰ ਦੇ ਦੋ ਰੂਪ ਨੇ। ਇਸ ਕਰਕੇ ਦਸਮ ਗ੍ਰੰਥ ਵਿੱਚ ਕੀਰਤਮ ਨਾਮ ਆ ਸਕਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਕਰਮ ਨਾਮ ਆ ਸਕਦਾ ਹੈ। ਪਰ ਉਂਝ ਕੀ ਹੈ, ਮੂਲ ਰੂਪ ਵਿੱਚ ਜਿਹੜੀ ਗਾਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਹ ਕੀਰਤਮ ਨਾਮ ਦੀ ਹੈ ਤੇ ਦਸਮ ਗ੍ਰੰਥ ਵਿੱਚ ਕਰਮ ਨਾਮ ਦੀ ਹੈ। ਅਸੀਂ ਜਦੋਂ ਦਸਮ ਗ੍ਰੰਥ ਵਿੱਚ ਪ੍ਰਵੇਸ਼ ਕਰਨਾ ਹੈ ਤਾਂ ਜਾਪ ਰਾਹੀਂ ਪ੍ਰਵੇਸ਼ ਕਰਨਾ ਹੈ। ਜਾਪ ਰਾਹੀਂ ਪ੍ਰਵੇਸ਼ ਉਸ ਦੀ ਪਹਿਲੀ ਪੌੜੀ ਰਾਹੀਂ ਹੋਵੇਗਾ,
पहली पौड़ी विच ही श्री गुरु गोबिंद सिंह महाराज जी ने दसम ग्रंथ रचन का प्रयोजन जिहड़ा है वो वर्णन कर दिता। तब सर्वनाम कथय कवन कर्म नाम वर्णत समत। दसम ग्रंथ कर्म नाम दी बाणी है। कर्म नाम ते कीर्तन नाम बंदे दी परसनैलिटी विच किवें चेंजेस लिआउंदे ने यह भी समझ लेना चाहिए है। कीर्तन नाम राही गुण गा गा के वाहिगुरू जी दे मनुख संत बन जाता है, मनुख संत बन जाता है। इस करके श्री गुरु ग्रंथ साहिब की बाणी दूजे धर्म का व्यक्ति पढ़ के भी संतताई नूं प्राप्त कर सकता है। इसे करके सिख धर्म में सहजधारी परंपरा किसी न किसी तरीके नाल चलती रही है। ये किसी होर धर्म च नहीं हो सकता है, क्योंकि किसी होर धर्म में कीर्तन नाम ते कर्म नाम नूं इस तरह नहीं निखेड़िया गया जिवें सिख धर्म में निखेड़िया गया है। आर्गेनाइजेशन ते धर्म का सत ये दोवें थोड़ा थोड़ा दूरी ते रखे ने, वख-वख रखे ने। धर्म का सत जिहड़ा सिख धर्म का, उस तो कोई दुनिया का कोई मनुख भी लाभ प्राप्त कर सकता है, परंतु आर्गेनाइजेशन का जिहड़ा हिस्सा है, संस्था का हिस्सा, वो खालसा ही बन सकता है। तो कर्म नाम जिहड़ा है ये खालसे की संस्था की उसारी वास्ते है। क्यों? क्योंकि कर्म नाम ने एक्टिव करना है। एक्टिव किनू करना है? आर्गेनाइजेशन नू एक्टिव करना है। तो दसम ग्रंथ जिहड़ा है ये जिहड़ी खालसा जथेबंदी है इहदी उसारी दसम ग्रंथ उत्ते हुई हुई है। दसम ग्रंथ विच नाम तुसीं देखो सिंघां दे बड़े ही सोहणे सोहणे नाम जिहड़े ने वो कृष्ण अवतार दे विच गुरु महाराज जी ने वार वार जिहड़ा है वो बयान किए हैं। बड़े सुंदर सुंदर नाम दिते हैं। फिर उन्होंने नावां दे नाल बड़ी सूरबीरता जोड़ी है, जिस तरह खड़ग सिंह का प्रसंग जिहड़ा है वो असीं वेख सकते हैं। सो एक तो मेरा निवेदन ये है कि दसम ग्रंथ की बाणी ते गुरु ग्रंथ साहब की बाणी इन्हां दोवां दी आपसी सांझ कि संत कित्थों पैदा होगा? गुरु ग्रंथ साहब जी तो। वो संत सिपाही किवें बनेगा? दसम ग्रंथ की बाणी पढ़ के। श्री गुरु ग्रंथ साहब की बाणी जिहड़ी है उहदे विच जिहड़े राग ने वो बंदे दा मन जिहड़ा है वो एकागर करते हैं, उसनूं लीनता वाले पासे ले जाते हैं। उस लीनता विचों की निकलेगा? संतताई निकलेगी, गुरमुखताई निकलेगी। परंतु वो समाधि विच स्थित ना हो जाए सिख, राग ते बाणी दे आनंद विच इस तरह लीन ना हो जाए कि दुनियादारी भुल ही जाए, कोई योगी वाली समाधि ना प्राप्त कर जाए। उसनूं उसकी बिरती नूं उसके शरीर नूं एक्टिव करने वास्ते फिर दसम ग्रंथ की बाणी पढ़ी जाती है। जपजी पढ़िया जाता है कि अकाल पुरख विच लीन हो जाए, तो वो लीन होया मनुख लाइफ विच एक्टिव हो जाए, जीवन विच संघर्ष करे। वो फिर जाप साहब पढ़िया जाता है। वो जिहड़े छंत ने उन्हां विच तेजी है, उन्हां विच एक उत्साह है। गुरु ग्रंथ साहब विच लीनता है। लीनता भी जरूरी है, परंतु लीनता इस किस्म की कि समाजिक फर्ज ना भुल जाए, घर गृहस्थी ना भुल जाए, इंसानियत ना भुल जाए कि बंदा समाधि ला के पहाड़ों उत्ते जाके बैठ जाए। सो ये असीं जदों श्री दसम ग्रंथ जी की बाणी पढ़ते हाँ असीं देखते हाँ उहदे छंद जिहड़े ने उन्हां दे विच एक रवानगी है। गुरु ग्रंथ साहब विच लीनता है। ये दोवां चीज़ां दे सुमेल तो, इन्हां दोवां बाणियां दे सुमेल तो एक संपूर्ण सिख व्यक्तित्व कढ़िया जाता है, एक संत ते सिपाही कढ़िया जाता है। जे गुरु ग्रंथ साहब नूं हटा दईए तो सिख संत नहीं बन सकता, ते जे दसम ग्रंथ नूं हटा दिता जाए तो सिख सिपाही नहीं बन सकता, वो सहजधारी सिखां वर्गा हो सकता है। सो ये तो सिख धर्म की बुनियादी लोड़ है। इस करके जिहड़ा दसम ग्रंथ का विरोधी है वो आर्गेनाइजेशन का विरोधी है, खालसा पंथ का विरोधी है। क्यों पंथ का विरोधी है? क्योंकि वो फिर अमृत का भी विरोधी है, वो फिर जाप साहब का भी विरोधी है, दसम ग्रंथ का विरोधी। और वो साढ़े सारी पंज ककारी सिखी जी है वह विरोध करेगा। काला अफगाना ने बचित्र नाटक का विरोध नहीं किया, बल्कि उसने सिखी का विरोध किया। उसने कहा ना कोई पंज ककारी सिखी है, ना पंज ककारां की कोई लोड़ है, गुरु ग्रंथ साहब की बाणी जी है यही अमृत है, तो होर कोई अमृत खंडे बाटे का हुंदा ही नहीं है। जिहड़ा भी दसम ग्रंथ का विरोध करेगा वो उत्थे ही पहुंचेगा। और उस तो बाद फिर वो कहेगा कि गुरु ग्रंथ साहब की बाणी भी सारी गुरुआं दी नहीं है। फिर वो कहेगा कि रागमाला गुरु महाराज जी की नहीं है। रागमाला तो बाद कहेगा कि भट्टां दे सोईए जी ये तो बेकार जी रचना है,
ਇਹ ਨਹੀਂ ਗੁਰੂ ਸਾਹਿਬ ਦੀ। ਉਸ ਤੋਂ ਬਾਅਦ ਕਹੇਗਾ ਕਿ ਸਾਰੀ ਭਗਤ ਬਾਣੀ ਹੀ ਗੁਰੂ ਮਹਾਰਾਜ ਦੀ ਨਹੀਂ। ਜਦੋਂ ਇਕੱਲੀ ਗੁਰੂ ਸਾਹਿਬ ਦੀ ਬਾਣੀ ਰਹਿ ਜਾਏਗੀ ਨਾ, ਫਿਰ ਗੁਰੂਆਂ ਦੀ ਬਾਣੀ ਦੀ ਵੀ ਪੜਤਾਲ ਕਰਨੀ ਸ਼ੁਰੂ ਕਰ ਦੇਗਾ। ਸੋ ਉਹ ਬਿਰਤੀ ਜਿਹੜੀ ਪੰਥ ਨੂੰ ਢਾਉਣ ਵਾਲੀ ਤੇ ਖੇਰੂ ਖੇਰੂ ਕਰਨ ਵਾਲੀ ਹੈ, ਉਹਦੇ ਤੋਂ ਅਸਾਂ ਸਾਵਧਾਨ ਹੋਣਾ ਹੈ। ਪਰਚਾ ਤਾਂ ਮੇਰਾ ਲੰਬਾ ਹੈ, ਬਹੁਤ ਸਾਰੀਆਂ ਵਿਚਾਰਾਂ ਹਨ, ਸਾਰੀਆਂ ਵਿਚਾਰਾਂ ਇਤਨੇ ਵਿੱਚ ਸਮੇਟੀਆਂ ਨਹੀਂ ਜਾ ਸਕਦੀਆਂ। ਇੱਕ ਪੱਖ ਮੈਂ ਆਪ ਜੀ ਦੇ ਸਾਹਮਣੇ ਰੱਖਿਆ ਹੈ। ਹੁਣ ਅਗਲੇ ਜਿਹੜੇ ਪੱਖ ਹਨ ਵੱਖ ਵੱਖ, ਉਹ ਹੋਰ ਵਿਦਵਾਨ ਆਪ ਜੀ ਦੇ ਸਨਮੁਖ ਰੱਖਣਗੇ। ਭੁੱਲਾਂ ਚੁੱਕਾਂ ਵਾਸਤੇ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ